Welcome, students. Today we shall start a new topic that is to find a condition for equilibrium of a number of forces which are concurrent in nature. Right? That is, we want to find a condition for equilibrium. That is, when the forces, concurrent forces, shall be in ਇਕੁਇਲਿਬਰੀਅਮ ਠੀਕ ਹੈ ਤਾਂ ਇੱਥੇ ਜੋ ਬੜੀ ਬੇਸਿਕ ਜੀ ਕੰਡੀਸ਼ਨ ਹੈ ਕਿ ਫੋਰਸ ਜਿਹੜੀਆਂ ਨੇ 1 2 3 4 5 ਜਾਂ ਇਸ ਤੋਂ ਜ਼ਿਆਦਾ ਕੋਈ ਫੋਰਸਸ ਹੋਣਗੀਆਂ ਜੋ ਕਿ ਕੌਨਕਰੈਂਟ ਨੇ ਮਤਲਬ ਕਿ ਉਹ ਦੋਨੋਂ ਫੋਰਸ ਜਿਹੜੀਆਂ ਨੇ ਉਹ ਇੰਟਰਸੈਕਟ ਕਰ ਰਹੀਆਂ ਹੋਣਗੀਆਂ ਰਾਈਟ ਆਪਾਂ ਉਹਨਾਂ ਫੋਰਸਸ ਦੇ ਇਕੁਇਲਿਬਰੀਅਮ ਦੇ ਲਈ ਕੰਡੀਸ਼ਨ ਡਿਰਾਈਵ ਕਰਨੀ ਹੈਗੀ ਅਤੇ ਇੱਥੇ ਜਿਹੜੀ ਕੰਡੀਸ਼ਨ ਹੈ ਉਹ ਆਪਾਂ ਡਿਰਾਈਵ ਕਰਾਂਗੇ ਬਾਈ ਰਿਜ਼ੋਲਵਿੰਗ ਫੋਰਸਸ along two orthogonal directions right suppose करो number of forces ने p1 p2 p3 and so on ਆਪਾਂ ਕੀ ਕਰਾਂਗੇ ਉਹਨਾਂ ਨੂੰ ਫੋਰਸਸ ਨੂੰ ਕਿਸੇ ਪਾਰਟਿਕੂਲਰ ਡਾਇਰੈਕਸ਼ਨ ox ਦੇ along ਰਿਜ਼ੋਲਵ ਕਰ ਦਾਂਗੇ ਠੀਕ ਹੈ ਤੇ ਫਿਰ ਆਪਾਂ ਉਹਨਾਂ ਤੇ ਉਸ ਦੇ ਪਰਪੈਂਡੀਕੂਲਰ ਉਹਦਾ ਰਿਜ਼ੋਲਵ ਪਾਰਟ ਨਿਕਾਲਾਂਗੇ ਤੇ ਸਾਰਿਆਂ ਨੂੰ ਜੋੜ ਦਾਂਗੇ ਤਾਂ ਆਪਾਂ ਜਾਣਦੇ ਹਾਂ ਰਿਜ਼ੋਲਵਡ ਪਾਰਟ ਅਲੋਂਗ OS ਡਾਇਰੈਕਸ਼ਨ ਜਿਹੜਾ ਸੀਗਾ ਆਪਾਂ x ਨਿਕਾਲਿਆ ਸੀਗਾ ਤੇ ਰਿਜ਼ੋਲਵਡ ਪਾਰਟ ਅਲੋਂਗ ਡਾਇਰੈਕਸ਼ਨ ਪਰਪੈਂਡੀਕੂਲਰ ਟੂ x ਆਪਾਂ y ਨਿਕਾਲਿਆ ਸੀਗਾ ਠੀਕ ਹੈ ਤੇ ਜੇ ਦੋਨੋਂ ਰਿਜ਼ੋਲਵਡ ਪਾਰਟ 0 ਕਰ ਦਈਏ ਆਪਾਂ x ਤੇ y ਦੋਨੋਂ 0 ਕਰ ਦਈਏ ਤਾਂ ਜਿਹੜਾ r ਸਕੁਅਰ ਹੁੰਦਾ ਟੋਟਲ ਰਿਜ਼ਲਟੈਂਟ ਉਹ ਵੀ 0 ਬਣ ਜਾਏਗਾ ਠੀਕ ਹੈ r ਸਕੁਅਰ ਜੋ ਹੁੰਦਾ x ਸਕੁਅਰ ਪਲੱਸ y ਸਕੁਅਰ ਦੇ ਬਰਾਬਰ ਹੁੰਦਾ ਠੀਕ ਹੈ ਤਾਂ ਆਰ ਜਿਹੜਾ ਹੈਗਾ ਉਹ ਆਪਣਾ 0 ਬਣ ਜਾਏਗਾ ਕਿਉਂਕਿ x ਵੀ 0 ਤੇ y ਵੀ 0 ਤੇ ਸਮ ਵੀ ਓਬਵੀਅਸਲੀ 0 ਹੋਏਗਾ ਤਾਂ ਰਿਜ਼ਲਟੈਂਟ ਦੇ 0 ਹੋਣ ਦਾ ਭਾਵ ਕੀ ਹੈ ਕਿ ਜਿਹੜੀਆਂ ਫੋਰਸਸ ਦਾ ਜਿਹੜਾ ਨੈਟ ਇਫੈਕਟ ਹੈ ਆਬਜੈਕਟ ਦੇ ਉੱਪਰ ਜਾਂ ਪੁਆਇੰਟ ਦੇ ਉੱਪਰ ਉਹ 0 ਹੋਏਗਾ ਮੀਨਸ ਫੋਰਸ ਜਿਹੜੀਆਂ ਹੈਗੀਆਂ ਕੁੱਲ ਮਿਲਾ ਕੇ ਇਕੁਇਲਿਬਰੀਅਮ ਦੇ ਵਿੱਚ ਹੋਣਗੀਆਂ ਅਤੇ ਹੁਣ ਆਪਾਂ ਉਲਟਾ ਵੀ ਲੈ ਸਕਦੇ ਹਾਂ ਕਿ ਜੇ ਮੰਨ ਲਓ ਰਿਜ਼ਲਟੈਂਟ 0 ਹੈ ਤਾਂ ਫਿਰ ਕੀ ਹੋਊਗਾ x ਸਕੁਅਰ ਪਲੱਸ y ਸਕੁਅਰ ਇਕੁਅਲ ਟੂ 0 ਹੋਊਗਾ ਜੇ x ਸਕੁਅਰ ਪਲੱਸ y ਸਕੁਅਰ ਇਕੁਅਲ ਟੂ 0 ਹੈ ਤਾਂ ਮਤਲਬ x ਤੇ y ਨੂੰ ਸੈਪਰੇਟਲੀ 0 ਹੋਣਾ ਪਏਗਾ ਠੀਕ ਹੈ ਤਾਂ ਇੱਥੇ ਇੱਕ ਕੰਡੀਸ਼ਨ ਬਣ ਜਾਂਦੀ ਹੈ ਕਿ ਫੋਰਸਸ ਜਿਹੜੀਆਂ ਨੇ ਉਹ ਇਕੁਇਲਿਬਰੀਅਮ 'ਚ ਕਦੋਂ ਹੋਣਗੀਆਂ ਉਹ ਉਦੋਂ ਇਕੁਇਲਿਬਰੀਅਮ 'ਚ ਹੋਣਗੀਆਂ ਜਦੋਂ ਜਿਹੜਾ ਰਿਜ਼ੋਲਵਡ ਪਾਰਟ ਨੇ ਅਲੋਂਗ ਪਰਟੀਕੂਲਰ ਡਾਇਰੈਕਸ਼ਨ ਬੋਥ ਰਿਜ਼ੋਲਵਡ ਪਾਰਟ ਦੈਟ ਇਜ਼ ਕੈਪੀਟਲ X ਐਂਡ ਕੈਪੀਟਲ Y ਜਿਹੜੇ ਨੇ ਉਹ 0 ਹੋਣ ਸੈਪਰੇਟਲੀ ਠੀਕ ਹੈ ਤਾਂ ਜੇ ਇਸ ਤਰ੍ਹਾਂ ਕਰ ਪਾਈਏ ਜਾਂ ਹੋਵੇ ਇਸ ਤਰ੍ਹਾਂ ਤਾਂ ਫੋਰਸਸ ਜਿਹੜੀਆਂ ਹੈਗੀਆਂ ਉਹ ਇਕੁਇਲਿਬਰੀਅਮ 'ਚ ਹੋ ਜਾਣਗੀਆਂ ਠੀਕ ਹੈ ਤਾਂ ਬੜਾ ਸੌਖਾ ਤਰੀਕਾ ਹੋਊਗਾ ਆਪਾਂ ਨੂੰ ਜੇ 4-5 ਫੋਰਸਸ ਦਿੱਤੀਆਂ ਨੇ ਤਾਂ ਆਪਾਂ 4-5 ਫੋਰਸਸ ਨੂੰ ਰਿਜ਼ੋਲਵ ਕਰ ਦਾਂਗੇ ਅਲੋਂਗ x ਡਾਇਰੈਕਸ਼ਨ ਜਾਂ OX ਡਾਇਰੈਕਸ਼ਨ ਤੇ OY ਡਾਇਰੈਕਸ਼ਨ 'ਚ ਤੇ ਦੋਨਾਂ ਰਿਜ਼ੋਲਵਡ ਪਾਰਟ ਨੂੰ ਆਪਾਂ 0 ਕਰ ਦੇਣਾ ਹੈਗਾ ਤੇ ਉੱਥੋਂ ਆਪਾਂ ਨੂੰ ਇਕੁਇਲਿਬਰੀਅਮ ਦੇ ਲਈ ਕੋਈ ਨਾ ਕੋਈ ਕੰਡੀਸ਼ਨ ਨਿਕਲ ਕੇ ਆ ਜਾਏਗੀ ਜਾਂ ਜੇ ਆਪਾਂ ਚੈੱਕ ਕਰਨਾ ਕਿ ਫੋਰਸਸ ਇਕੁਇਲਿਬਰੀਅਮ 'ਚ ਹੈਗੀਆਂ ਜਾਂ ਨਹੀਂ ਹੈਗੀਆਂ ਉੱਥੋਂ ਫਿਰ ਆਪਣਾ x ਤੇ y ਜਿਹੜੇ ਰਿਜ਼ੋਲਵਡ ਪਾਰਟ ਜਿਹੜੇ 0 ਬਣ ਜਾਣਗੇ ਠੀਕ ਹੈ ਤਾਂ ਬਹੁਤ ਹੀ ਸਧਾਰਨ ਜੀ ਕੰਡੀਸ਼ਨ ਹੈਗੀ ਹੈ ਇਹ ਤੇ ਬਹੁਤ ਹੀ ਜ਼ਿਆਦਾ ਯੂਜ਼ਫੁਲ ਹੈ ਕਿ ਇਕੁਇਲਿਬਰੀਅਮ ਐਸਟੈਬਲਿਸ਼ ਕਰਨ ਦੇ ਲਈ ਆਪਾਂ ਸਿਰਫ ਤੇ ਸਿਰਫ ਰਿਜ਼ੋਲਵਡ ਪਾਰਟ ਅਲੋਂਗ ਟੂ ਆਰਥੋਗੋਨਲ ਡਾਇਰੈਕਸ਼ਨ ਹੀ ਨਿਕਾਲਨੇ ਹੋਣਗੇ एक्सरसाइज 3b स्टार्ट करते हैं ABCD is a square forces represented in magnitude and direction by AB 2BC 2CD DA DB are acting at a point show that the forces are in equilibrium ठीक है ਤਾਂ ਫੋਰਸਸ ਜਿਹੜੀਆਂ ਹੈਗੀਆਂ ਕੁਝ ਲੱਗ ਰਹੀਆਂ ਨੇ ਸਕੇਅਰ ਦੀਆਂ ਸਾਈਡਸ ਦੇ ਅਲੋਂਗ ਤੇ ਉਸਦੇ ਡਾਇਗੋਨਲ ਦੇ ਅਲੋਂਗ ਜਿਸ ਤਰ੍ਹਾਂ ਦਿਖ ਰਿਹਾ ਹੈਗਾ ਇੱਕ AB ਫੋਰਸ ਇੱਧਰ ਲੱਗ ਰਹੀ ਹੈ ਤੇ 2BC ਫੋਰਸ ਲੱਗ ਰਹੀ ਹੈਗੀ ਇੱਧਰਲੇ ਪਾਸੇ ਮਤਲਬ 2BC ਦਾ ਭਾਵ ਕੀ ਹੈ ਕਿ ਜੇ ਜਿੰਨੀ BC ਦੀ ਲੈਂਥ ਹੈਗੀ ਹੈ ਉਸਦਾ ਡਬਲ ਜਿਹੜਾ ਹੈਗਾ ਇੱਧਰਲੇ ਪਾਸੇ ਫੋਰਸ ਦੀ ਅਮਾਊਂਟ ਲੱਗ ਰਹੀ ਹੋਏਗੀ ਇਸੇ ਤਰ੍ਹਾਂ 2CD ਲੱਗ ਰਹੀ ਤੇ DA ਫੋਰਸ ਲੱਗ ਰਹੀ ਹੈ ਤੇ ਇੱਕ ਜਿਹੜੀ ਫੋਰਸ ਹੈ ਉਹ ਡਾਇਗੋਨਲ ਦੇ ਲੌਂਗ ਵੀ ਲੱਗਦੀ ਪਈ ਹੈ ਤੇ ਆਪਾਂ ਇਹ ਪ੍ਰੂਵ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਫੋਰਸਸ ਨੇ ਇਕੁਇਲਿਬਰੀਅਮ ਨੂੰ ਮੇਨਟੇਨ ਕਰਨਗੀਆਂ ਤਾਂ ਆਪਾਂ ਕੀ ਕਰਦੇ ਹਾਂ ਇਸ ਡਾਇਰੈਕਸ਼ਨ ਨੂੰ ਰੈਫਰੈਂਸ ਮੰਨ ਲੈਂਦੇ ਹੈਗੇ ਜਿਹੜੀ AB ਡਾਇਰੈਕਸ਼ਨ ਹੈ ਜਾਂ ਜਿਹੜਾ ਸਾਈਡ ਹੈ ਸਕੇਅਰ ਦੀ ਇਹਨੂੰ ਆਪਾਂ ਰੈਫਰੈਂਸ ਮੰਨ ਲੈਂਦੇ ਹਾਂ ਤਾਂ ਇਹਦੇ ਅਲੋਂਗ ਰਿਜ਼ੋਲਵ ਕਰਦੇ ਹਾਂ ਤੇ ਇਹਦੇ ਪਰਪੈਂਡੀਕੂਲਰ ਜਿਹੜੀ ਸਾਈਡ ਹੈ ਉਹਦੇ ਅਲੋਂਗ ਰਿਜ਼ੋਲਵ ਕਰਦੇ ਹਾਂ ਤਾਂ ਰਿਜ਼ੋਲਵਡ ਪਾਰਟ ਨਿਕਾਲਦੇ ਹਾਂ ਸਾਰੀਆਂ ਫੋਰਸਸ ਪੰਜੋ ਦੀਆਂ ਪੰਜੇ ਫੋਰਸਸ ਦੇ ਇੱਧਰਲੇ ਪਾਸੇ ਨੂੰ ਤਾਂ ਆਪਾਂ ਨੂੰ ਐਂਗਲ ਪਤਾ ਹੋਣੀ ਚਾਹੀਦੀ ਹੈ AB ਫੋਰਸ ਦੀ ਗੱਲ ਕਰਦੇ ਹਾਂ AB ਫੋਰਸ ਦਾ ਜਿਹੜਾ ਐਂਗਲ ਹੈ ਇਸ ਡਾਇਰੈਕਸ਼ਨ ਵਾਲੇ ਪਾਸੇ ਕਿੰਨਾ 0 ਡਿਗਰੀ ਤਾਂ ਪਹਿਲਾ ਰਿਜ਼ੋਲਵਡ ਪਾਰਟ ਕੀ ਆ ਜਾਊਗਾ AB cos 0 ਫਿਰ ਆਪਾਂ ਗੱਲ ਕਰੀਏ BC ਦੀ 2BC ਜਿਹੜੀ ਹੈਗੀ ਹੈ ਇਸ ਸਾਈਡ ਨਾਲ ਕਿੰਨਾ ਐਂਗਲ ਬਣਾ ਰਹੀ 90 ਡਿਗਰੀ ਦਾ ਐਂਗਲ ਬਣਾ ਰਹੀ ਹੈ ਦੇਖੋ 90 ਬਣ ਰਿਹਾ ਹੈਗਾ है ना ਤਾਂ ਇਹ ਬਣ ਜਾਏਗਾ 2BC cos 90 ਇਸੇ ਤਰ੍ਹਾਂ CD ਦੀ ਗੱਲ ਕਰੀਏ ਤਾਂ 2CD ਜਿਹੜੀ ਹੈਗੀ ਇੱਧਰਲੇ ਪਾਸੇ ਨੂੰ ਡਾਇਰੈਕਸ਼ਨ ਇਹ ਇੱਧਰਲੇ ਪਾਸੇ ਨੂੰ ਹੈ ਨਾ
ਤੇ ਪਰ ਆਪਾਂ ਜਿਹੜਾ ਡਾਇਰੈਕਸ਼ਨ ਲੈਣੀ ਉਹ ਆਹ ਸਾਈਡ ਤੇ ਡਾਇਰੈਕਸ਼ਨ ਲੈ ਰਹੇ ਹੈਗੇ, ਤਾਂ ਕਿੰਨਾ ਬਣੂਗਾ ਐਂਗਲ, ਇਹ 180 ਡਿਗਰੀ ਦਾ ਐਂਗਲ ਬਣੂਗਾ, ਤੇ 2 cos 2 CD cos 180 ਬਣ ਜਾਏਗਾ। ਉਸ ਤੋਂ ਬਾਅਦ ਚੌਥੀ ਫੋਰਸ ਜਿਹੜੀ ਹੈਗੀ ਆ ਉਹ DA ਹੈ। ਹੁਣ ਖਿਆਲ ਰੱਖੋ DA ਫੋਰਸ ਥੱਲੇ ਵੱਲ ਲੱਗਦੀ ਪਈ ਹੈਗੀ ਹੈ, ਥੱਲੇ ਵਾਲੇ ਪਾਸੇ ਨੂੰ, ਇੱਧਰਲੇ ਵਾਲੇ ਪਾਸੇ ਨੂੰ, ਹੈ ਨਾ। ਤਾਂ ਫਿਰ ਕੀ ਹੋਊਗਾ, ਆਹ ਐਂਗਲ ਲਿਆ ਜਾਊਗਾ ਟੋਟਲ, ਇਹ ਕਿੰਨਾ ਉਹ 300, ਇਹ ਆਪਣਾ ਬਣ ਜਾਏਗਾ 300 ਤੇ 270 ਡਿਗਰੀ ਐਂਗਲ ਬਣ ਜਾਏਗਾ। ਤਾਂ DA ਲਈ ਆਪਾਂ cos 270 ਜਾਂ ਕਹਿ ਲਓ 3π/2 ਮੰਨ ਲਈਏ। ਤੇ ਇੱਕ ਫੋਰਸ ਆਪਣੀ ਆਹ ਵਾਲੀ ਵੀ ਹੈਗੀ ਆ DB, ਹੈ ਨਾ। DB ਜਿਹੜੀ ਹੈਗੀ ਇੱਧਰ ਨੂੰ ਚਲੀ ਜਾਊਗੀ, ਇਹ ਇੱਧਰਲੇ ਪਾਸੇ ਨੂੰ, ਰਾਈਟ। ਤਾਂ ਆਪਾਂ ਐਂਗਲ ਕਿਹੜਾ ਲੈਣਾ ਹੈਗਾ, ਫਿਰ ਆਹ ਐਂਗਲ ਹੋਏਗਾ, ਹੈ ਨਾ, ਆਹ ਵਾਲਾ ਐਂਗਲ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਡਾਇਗੋਨਲ 45 ਡਿਗਰੀ ਦਾ ਐਂਗਲ ਬਣਦਾ ਹੁੰਦਾ, ਫਿਰ ਜੇ ਆਹ ਐਂਗਲ 45 ਹੈ, ਜੇ ਆਹ ਐਂਗਲ 45 ਹੈ ਤਾਂ ਫਿਰ ਬਾਕੀ ਬਚਦਾ ਕਿੰਨਾ ਹੋਊਗਾ, 2π - 45 ਹੋ ਜਾਏਗਾ। ਤਾਂ ਤੁਹਾਡਾ DB cos 2π - 45 ਐਂਗਲ ਆ ਜਾਏਗਾ। ਤਾਂ ਇਹਦੇ ਵਿੱਚ ਕੋਈ ਮੁਸ਼ਕਲ ਕੰਮ ਨਹੀਂ ਹੈ, ਬਸ ਇਹਦੇ ਐਂਗਲ ਦੀ ਪਹਿਚਾਣ ਕਰਨੀ ਜ਼ਰੂਰੀ ਹੈ। ਉਹ ਤੁਹਾਨੂੰ ਡਾਇਰੈਕਸ਼ਨ ਨੂੰ ਦੇਖ ਕੇ ਪਤਾ ਲੱਗ ਜਾਏਗਾ ਕਿ ਫੋਰਸ ਦੀ ਡਾਇਰੈਕਸ਼ਨ ਕਿੱਧਰਲੇ ਪਾਸੇ ਨੂੰ ਆ, ਤੇ ਤੁਸੀਂ ਡਾਇਰੈਕਸ਼ਨ ਜਿਹੜੀ ਹੈ ਉੱਥੋਂ ਐਂਗਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਫੋਰਸ ਜਿਹੜੀ ਹੈਗੀ ਹੈ ਪਰਟੀਕੂਲਰ ਡਾਇਰੈਕਸ਼ਨ ਦੇ ਅਲੋਂਗ ਜਿੱਧਰ ਆਪਾਂ ਰਿਜ਼ੋਲਵ ਕਰਨਾ ਚਾਹੁੰਦੇ ਆ ਉਧਰਲੇ ਪਾਸੇ ਕਿੰਨਾ ਐਂਗਲ ਬਣਾਉਂਦੀ ਹੈਗੀ ਹੈ। ਹੁਣ ਜੇ ਆਪਾਂ ਦੇਖੀਏ ਤਾਂ ਇਸ ਕੇਸ ਬਾਰੇ DB ਦਾ ਕੇਸ ਦੇਖੀਏ ਤਾਂ DB ਐਂ ਲੱਗਦਾ ਜਿਵੇਂ 45 ਡਿਗਰੀ ਐਂਗਲ ਬਣਾ ਰਹੀ ਹੋਵੇ। ਜਿਹੜੀ ਆ DB ਹੈ ਇਹ ਐਂ ਲੱਗਦਾ ਕਿ 45 ਡਿਗਰੀ ਐਂਗਲ ਬਣਾ ਰਹੀ ਹੈ AB ਦੇ ਨਾਲ, ਪਰ ਇਸ ਤਰ੍ਹਾਂ ਨਹੀਂ ਹੈਗਾ ਕਿਉਂਕਿ DB ਇੱਧਰਲੇ ਪਾਸੇ ਨੂੰ ਜਾਂਦੀ ਪਈ ਹੈ ਨਾ। ਜੇ DB ਬਾਹਰ ਨੂੰ ਜਾਂਦੀ ਹੁੰਦੀ ਫਿਰ ਆਪਾਂ ਐਂਗਲ ਆਹ ਵਾਲਾ ਲੈਣਾ ਸੀਗਾ, ਪਰ ਫਿਲਹਾਲ ਜਿਹੜੀਆਂ ਦੋਨੋਂ ਇੱਕ ਇੱਧਰ ਨੂੰ ਜਾ ਰਹੀ, ਇੱਕ ਇੱਧਰ ਨੂੰ ਜਾ ਰਹੀ, ਹੁਣ ਇਹ ਐਂਗਲ ਜਿਹੜਾ ਹੈ ਇਹ 45 ਡਿਗਰੀ ਤਾਂ ਹੈਗਾ ਤਾਂ ਹੈ, ਪਰ ਆਪਣੀ ਜੋ ਸਿਸਟਮ ਆਪਾਂ ਡਿਵੈਲਪ ਕੀਤਾ ਉਹਦੇ ਅਕੋਰਡਿੰਗ ਇਹ 45 ਡਿਗਰੀ ਨਹੀਂ ਲਿਆ ਜਾਊਗਾ। ਤਾਂ ਇੱਥੇ cos 0 1 ਹੁੰਦਾ, cos 90 ਜਿਹੜਾ ਹੁੰਦਾ 0 ਹੁੰਦਾ, ਤੇ cos 180 -1 ਹੁੰਦਾ। ਇੱਥੇ cos 2π - π/4 ਜਿਹੜਾ ਚੌਥਾ ਕੁਆਡਰੈਂਟ ਹੁੰਦਾ, ਚੌਥੇ ਕੁਆਡਰੈਂਟ 'ਚ cos ਪੋਜ਼ੀਟਿਵ ਹੁੰਦਾ ਹੈ ਨਾ, ਤਾਂ ਉਹ cos ਹੀ ਰਹਿ ਜਾਏਗਾ। ਤੇ cos 3π/2 ਜਿਹੜਾ ਹੁੰਦਾ 270 ਤੇ ਉੱਪਰ cos 0 ਹੁੰਦਾ ਹੈਗਾ। ਤਾਂ ਵੈਲਿਊਜ਼ ਭਰ ਦੋ, ਆਹ ਚੀਜ਼ ਬਣ ਜਾਏਗੀ ਆਪਣੀ, ਹੈ ਨਾ। ਤਾਂ ਇੱਥੇ ਕੀ ਹੈਗਾ, AB - 2 CD ਤੇ DB cos ਬਣ ਜਾਏਗਾ। ਹੁਣ ਦੇਖਣ ਵਾਲੀ ਗੱਲ ਹੈ ਕਿ ਜਿਹੜਾ DB cos ਜਿਹੜਾ ਹੈਗਾ 45 ਇਹ ਅਸਲ 'ਚ AB ਦੇ ਬਰਾਬਰ ਹੈ, ਕਿਉਂਕਿ ਨਾ ਇਹ DB cos ਆਹ ਇੱਕ ਟ੍ਰਾਇੰਗਲ ਬਣ ਰਹੀ ਹੈਗੀ 90 ਡਿਗਰੀ ਵਾਲੀ, ਤਾਂ ਇਹ ਆਧਾਰ ਬਟਾ ਕਰਨ ਬਣ ਰਿਹਾ ਹੈਗਾ, ਹੈ ਨਾ। 45 ਡਿਗਰੀ ਦਾ ਐਂਗਲ ਆ, ਤੇ ਫਿਰ ਜਿਹੜਾ DB cos 45 ਉਹ AB ਦੇ ਬਰਾਬਰ ਹੋਊਗਾ। AB ਤੇ AB ਜਿਹੜੇ ਜੁੜ ਜਾਣਗੇ, ਠੀਕ ਹੈ, 2AB ਬਣ ਜਾਏਗਾ, ਤੇ ਇਹ ਬਣ ਜਾਏਗਾ 2AB - CD। ਇਹ ਵੀ 0 ਹੈ ਕਿਉਂਕਿ AB ਤੇ CD ਦੋਨੋਂ ਸਾਈਡਸ ਨੇ ਆਪੋਜ਼ਿਟ ਸਾਈਡ ਸਕੁਏਅਰ ਦੀਆਂ, ਜੋ ਕਿ ਬਰਾਬਰ ਹੁੰਦੀਆਂ ਨੇ, ਤਾਂ ਇਹ ਆਪਣਾ 0 ਆ ਜਾਏਗਾ। ਜਿਹੜਾ ਦੂਜਾ ਹੈਗਾ Y, ਹੈ ਨਾ, Y ਮੀਨਸ AB ਦੇ ਜਿਹੜੀ ਪਰਪੈਂਡੀਕੂਲਰ ਡਾਇਰੈਕਸ਼ਨ ਆ ਉਹਦੇ ਪਾਸੇ ਰਿਜ਼ੋਲਵਡ ਪਾਰਟ ਕੀ ਹੈ, ਜਿੱਥੇ cos ਲਗਾ ਸੀ ਉੱਥੇ ਸਾਈਨ ਲਗਾ ਲਓ। ਦੇਖੋ ਇੱਥੇ ਸਾਈਨ ਲੱਗਾ, ਸਾਈਨ ਲੱਗਾ, ਸਾਈਨ ਲੱਗਾ, ਸਾਈਨ ਤੇ ਸਾਈਨ, ਇਹਨੂੰ ਵੀ ਸੋਲਵ ਕਰ ਲਓ। ਇੱਕ 2BC ਆ ਜਾਏਗਾ, ਇੱਕ DB sin 45 ਆ ਜਾਊਗਾ, ਤੇ ਇੱਕ -DA ਆ ਜਾਏਗਾ, ਠੀਕ ਹੈ। ਤੇ ਆ ਜਿਹੜਾ DB 1/√2 ਹੈ, ਇਸ ਨੂੰ ਵੀ ਆਪਾਂ DA ਲਿਖ ਸਕਦੇ ਹੈਗੇ ਆ ਪਹਿਲੇ ਦੀ ਤਰ੍ਹਾਂ, ਹੈ ਨਾ। DB ਜਿਹੜਾ ਹੈਗਾ DA ਲਿਖਿਆ ਜਾਊਗਾ, DB DA ਲਿਖਿਆ ਜਾਊਗਾ, ਠੀਕ ਹੈ। ਤਾਂ ਇਧਰਲੇ ਪਾਸਿਓਂ ਤਾਂ ਆਪਣਾ DB ਜਿਹੜਾ ਹੈਗਾ ਉਹ DA ਲਿਖਿਆ ਗਿਆ। ਤਾਂ ਦੋਨੋਂ ਜੁੜ ਜਾਣਗੇ, DB ਤੇ DA ਤੇ DA ਜਿਹੜੇ ਨੇ -2A ਹੋ ਜਾਏਗਾ, ਤਾਂ ਦੋਨੋਂ ਕੈਂਸਲ ਆਊਟ ਹੋ ਜਾਣਗੇ, ਠੀਕ ਹੈ। ਤਾਂ ਥੋੜੀ ਬਹੁਤ ਐਡਜਸਟਮੈਂਟ ਦੇਖ ਲਿਓ ਆਪਣੇ ਲੈਵਲ ਤੇ। ਤਾਂ ਇਹ ਦੋਨੋਂ ਆਪਣੇ ਜਿਹੜੇ ਨੇ X ਤੇ Y 0 ਬਣ ਚੁੱਕੇ ਨੇ। ਜੇ X ਤੇ Y 0 ਨਹੀਂ ਤਾਂ ਇਹਦਾ ਮਤਲਬ ਕੀ ਹੈ, ਫਿਰ R ਵੀ 0 ਹੋਊਗਾ, ਤੇ R 0 ਹੋਣ ਦੇ ਨਾਲ ਕੀ ਹੈਗਾ, ਰਿਜ਼ਲਟੈਂਟ 0 ਹੋਣ ਦੇ ਨਾਲ ਜਿਹੜੀਆਂ ਫੋਰਸਿਸ ਨੇ ਇਕੁਇਲਿਬ੍ਰੀਅਮ ਨੂੰ ਮੇਨਟੇਨ ਕਰਨਗੀਆਂ। ਚੌਥਾ ਕੁਐਸਚਨ ਲੈਨੇ, ABCD is a string suspended from point A and D and it carries weight 20 kg at B and weight W at C. A portion AB is horizontal. BC and CD make angle 60 degree and 30 degree with the vertical direction. Find W and tension in the both part of string. ਤਾਂ ਕੁਐਸਚਨ ਸਟੇਟਮੈਂਟ 'ਚ ਸ਼ਾਇਦ ਲੱਗਦਾ ਹੋਵੇ ਕਿ ਬਹੁਤ ਵੱਡਾ ਕੰਮ ਹੈ, ਪਰ ਐਸਾ ਕੋਈ ਹੈ ਨਹੀਂ ਖਾਸ। ਹੁਣ ਮੈਂ ਡਾਇਗਰਾਮ ਡਰਾਅ ਕੀਤੀ, ਡਾਇਗਰਾਮ 'ਚ 2 ਮਿੰਟ ਦਾ ਕੰਮ ਹੈਗਾ। ਤਾਂ ਇੱਕ ਸਟਰਿੰਗ ਹੈ, ਇੱਥੋਂ A ਤੇ D ਦੇ ਵਿਚਕਾਰ ਬੰਨਿਆ ਹੋਇਆ, ਠੀਕ ਹੈ। ਇਹਦੇ 2 ਜਗ੍ਹਾ 'ਤੇ ਨਾ ਵੇਟ ਲਮਕਾਏ ਹੋਏ, ਇੱਕ ਜਗ੍ਹਾ 'ਤੇ ਆਪਾਂ 20 kg ਲਮਕਾਇਆ ਹੋਇਆ, ਇੱਕ ਜਗ੍ਹਾ 'ਤੇ ਆਪਾਂ ਅਨਨੋਨ ਵੇਟ ਨੂੰ ਲਮਕਾਇਆ ਹੋਇਆ। ਤੇ ਆਹ 2 ਵੇਟ ਇਸ ਤਰ੍ਹਾਂ ਨੇ, ਤੇ ਜਾਂ ਕਹਿ ਲਓ ਆਹ ਹਾਈਟ ਇਸ ਤਰ੍ਹਾਂ ਹੈ ਕਿ ਜਿਹੜੀ ਆਹ ਪੋਰਸ਼ਨ ਹੈ ਸਟਰਿੰਗ ਦਾ ਹੌਰੀਜੈਂਟਲ ਹੋ ਜਾਂਦਾ ਹੈ। ਇਹ ਕਰਨਾ ਸੌਖਾ ਹੀ ਹੈ, ਉਹਦੇ ਲਈ ਜ਼ਰੂਰੀ ਹੈ ਕਿ ਆਹ ਵੇਟ ਜ਼ਿਆਦਾ ਹੋਵੇ, ਹੈ ਨਾ। ਜਦੋਂ W ਜ਼ਿਆਦਾ ਹੋਊਗਾ ਨਾ, ਇਹਨੇ ਵੇਟ ਨੇ ਆਪਣੇ ਆਪ ਤਾਂ ਨੂੰ ਚੱਕਿਆ ਜਾਣਾ ਹੈਗਾ,
है ना, क्योंकि ये थल्ले ਨੂੰ ज़्यादा खिंचूगा तो आ वेट ਤਾਂ ਨੂੰ चला जाऊगा। तो इतने पॉसिबिलिटी है कि डब्ल्यू ਜਿਹੜਾ ਹੈਗਾ 20 kg ਨੂੰ ज़्यादा ਹੋਊਗਾ, ਤਾਂ ਹੀ ਕਰਕੇ ਆ ਚੀਜ਼ ਹੌਰੀਜੈਂਟਲ ਬਣ ਪਾਈ ਹੈਗੀ ਆ। ਠੀਕ ਹੈ, ਤਾਂ ਤੁਸੀਂ ਇਹ ਇਮੈਜਿਨ ਕਰਨਾ ਹੈ ਆਪਣੇ ਦਿਮਾਗ 'ਚ ਕਿ ਹੌਰੀਜੈਂਟਲ ਕਿਵੇਂ ਰਹਿ ਸਕਦੀ। ਤਾਂ ਪੋਸੀਬਿਲਿਟੀ ਹੈ। ਇਸ ਨੂੰ ਹੌਰੀਜੈਂਟਲ ਕਰਨ ਦੇ ਲਈ ਆਹ ਪੁਆਇੰਟ ਦੀ ਹਾਈਟ ਦੇਖਣੀ, ਹਾਈਟ ਮੈਟਰ ਕਰਦੀ ਹੈ, ਅਤੇ ਇਹ ਵੇਟ ਦੀ ਵੈਲਿਊ ਮੈਟਰ ਕਰਦੀ ਹੈ। ਇਸ ਨੇ ਆਪਣੇ ਆਪ ਹੀ ਜਿਹੜਾ ਹੈਗਾ ਹੌਰੀਜੈਂਟਲ ਹੋ ਜਾਣਾ ਹੈਗਾ। ਠੀਕ ਹੈ, ਅਤੇ ਇੱਕ ਜਿਹੜਾ ਹੈਗਾ ਆਹ ਵੇਟ ਜਿਹੜਾ ਹੈਗਾ 60 ਡਿਗਰੀ ਐਂਗਲ ਬਣਾ ਰਿਹਾ, ਸਟੇਟਮੈਂਟ 'ਚ ਲਿਖਿਆ ਹੋਇਆ ਜਿਹੜਾ ਸਟਰਿੰਗ ਹੈ, ਆਹ ਸਟਰਿੰਗ BC ਪਾਰਟ ਇਹ ਵਰਟੀਕਲ ਨਾਲ 60 ਡਿਗਰੀ ਐਂਗਲ ਬਣਾ ਰਿਹਾ, ਅਤੇ ਜਿਹੜਾ ਆਹ ਵਾਲਾ ਸਟਰਿੰਗ ਦਾ ਪਾਰਟ ਹੈਗਾ ਇਹ ਵਰਟੀਕਲ ਨਾਲ 30 ਡਿਗਰੀ ਦਾ ਐਂਗਲ ਬਣਾ ਰਿਹਾ। ਇਹ ਆਪਾਂ ਨੂੰ ਸਾਰਾ ਕੁਝ ਦੇ ਰੱਖਿਆ ਹੈਗਾ, ਅਤੇ ਆਪਾਂ ਹੁਣ ਇਹਦਾ ਲੈਮੀ ਥਿਊਰਮ ਲਗਾ ਸਕਦੇ ਹਾਂ ਬੜੇ ਸੌਖੇ ਤਰੀਕੇ ਦੇ ਨਾਲ। ਕਿੱਥੇ ਲਗਾਵਾਂਗੇ? ਇੱਕ ਤਾਂ ਲੈਮੀ ਥਿਊਰਮ ਇਸ ਪੁਆਇੰਟ 'ਤੇ ਲਗਾਵਾਂਗੇ, ਇੱਕ ਆਪਾਂ ਲੈਮੀ ਥਿਊਰਮ ਇਸ ਪੁਆਇੰਟ 'ਤੇ ਲਗਾਵਾਂਗੇ। ਉਸ ਤੋਂ ਪਹਿਲੇ ਵੀ ਇੱਕ ਚੀਜ਼ ਡਿਸਕਸ ਕਰਨੀ ਜ਼ਰੂਰੀ ਹੈਗੀ ਆ, ਜਦੋਂ ਤੁਸੀਂ ਇੱਥੇ ਵੇਟ ਲਮਕਾਓਗੇ ਤਾਂ ਜੀ ਆਹ ਸਟਰਿੰਗ ਅਤੇ ਆਹ ਸਟਰਿੰਗ ਖਿੱਚੀਆਂ ਜਾਣਗੀਆਂ। ਜੇ ਇਹਨਾਂ ਸਟਰਿੰਗ 'ਚ ਮਤਲਬ ਖਿਚਾਅ ਪੈਦਾ ਹੋਏਗਾ, ਮਤਲਬ ਇਹਨਾਂ 'ਚ ਟੈਨਸ਼ਨ ਪੈਦਾ ਹੋਏਗੀ। ਠੀਕ ਹੈ, ਇਸੇ ਤਰ੍ਹਾਂ ਹੀ ਡਬਲਯੂ ਜਦੋਂ ਇੱਥੇ ਵੇਟ ਲਮਕਾਓਗੇ ਤਾਂ ਇੱਧਰਲੇ ਪਾਸੇ ਵੀ ਟੈਨਸ਼ਨ ਪੈਦਾ ਹੋਊਗੀ ਅਤੇ ਇੱਧਰਲੇ ਪਾਸੇ ਵੀ ਟੈਨਸ਼ਨ ਪੈਦਾ ਹੋਊਗੀ। ਠੀਕ ਹੈ, ਤਾਂ ਹੁਣ ਇੱਥੇ ਖਾਸ ਗੱਲ ਇੱਧਰ ਵਾਪਰ ਰਹੀ ਹੈਗੀ ਹੈ ਕਿ ਇੱਧਰ ਦੋ ਟੈਨਸ਼ਨਸ ਪੈਦਾ ਹੋ ਰਹੀਆਂ ਨੇ, ਇੱਕ ਇਸ ਡਬਲਯੂ ਕਰਕੇ ਪੈਦਾ ਹੋ ਰਹੀ ਹੈ, ਕਿ ਇਸ 20 kg ਦੇ ਨਾਲ ਪੈਦਾ ਹੋ ਰਹੀ ਹੈ। ਤਾਂ ਇਹ ਕੀ ਹੈ ਫਿਰ, ਜਿਹੜੀਆਂ ਦੋਨੋਂ ਟੈਨਸ਼ਨ ਨੇ ਬਰਾਬਰ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਜੇ ਬਰਾਬਰ ਨਹੀਂ ਹੋਣਗੀਆਂ ਤਾਂ ਜਿਹੜਾ ਸਟਰਿੰਗ ਹੈ ਟੁੱਟ ਜਾਏਗਾ ਜਾਂ ਇਹ ਢਿੱਲਾ ਪੈ ਜਾਏਗਾ। ਠੀਕ ਹੈ, ਤਾਂ ਇਹ ਦੋਨੋਂ ਟੈਨਸ਼ਨਸ ਬਰਾਬਰ ਹੋਣਗੀਆਂ ਇਕੁਇਲਿਬਰੀਅਮ ਮੇਨਟੇਨ ਕਰਨ ਦੇ ਲਈ, ਰਾਈਟ, ਕਿਉਂਕਿ ਸਿੰਗਲ ਸਟਰਿੰਗ ਹੈ, ਫੋਰਸ ਦੋਨੇ ਪਾਸੋਂ ਲੱਗ ਰਹੀਆਂ ਨੇ। ਠੀਕ ਹੈ, ਲੱਗ ਰਹੀਆਂ ਨੇ, ਪਰ ਟੋਟਲ ਜਿਹੜਾ ਆਪਣਾ ਜਿਹੜਾ ਸਿਸਟਮ ਹੈ ਉਹ ਇਕੁਇਲਿਬਰੀਅਮ 'ਚ ਹੈ, ਤਾਂ ਇਹਨਾਂ ਦੋਨਾਂ ਨੂੰ ਬਰਾਬਰ ਹੋਣਾ ਹੀ ਪਊਗਾ। ਠੀਕ ਹੈ, ਤਾਂ ਇਹ T2 ਇੱਧਰ ਨੂੰ ਜਾ ਰਹੀ ਹੋਗੀ, ਦੂਜੀ T2 ਇੱਧਰ ਨੂੰ ਜਾ ਰਹੀ ਹੋਊਗੀ, ਦੋਨੋਂ ਬਰਾਬਰ ਨੇ, ਆਪੋਜ਼ਿਟ ਡਾਇਰੈਕਸ਼ਨਸ ਲੱਗ ਰਹੀਆਂ ਨੇ। ਆਹ ਵਾਲੀ ਜਿਹੜੀ T2 ਹੈ ਇਸ ਵੇਟ ਕਰਕੇ ਲੱਗ ਰਹੀ ਹੈ, ਅਤੇ ਜਿਹੜੀ ਆਹ T2 ਹੈ ਇਸ ਕਰਕੇ ਇਸ ਵੇਟ ਕਰਕੇ ਲੱਗ ਰਹੀ ਹੈਗੀ ਹੈ। ਠੀਕ ਹੈ, ਹੁਣ ਆਪਾਂ ਨੂੰ ਐਂਗਲ ਪਤਾ ਕਰਨੇ ਪੈਣੇ ਹੈਗੇ ਆ ਕਿ ਐਂਗਲ ਕਿਹੜੇ ਕਿਹੜੇ ਹੈਗੇ ਆ। ਤਾਂ ਆਪਾਂ ਹੁਣ B ਦੇ ਉੱਪਰ ਲੈਮੀ ਥਿਊਰਮ ਲਗਾਉਂਦੇ ਹੈਗੇ ਆ, ਅਤੇ B ਦੇ ਉੱਪਰ ਲੈਮੀ ਥਿਊਰਮ 3 ਫੋਰਸ ਲੱਗ ਰਹੀਆਂ, ਇੱਕ ਆਹ ਫੋਰਸ, ਇੱਕ ਆਹ ਫੋਰਸ ਅਤੇ ਇੱਕ ਆਹ ਫੋਰਸ ਹੈ। T1 ਦੀ ਗੱਲ ਕਰੀਏ ਤਾਂ ਲੈਮੀ ਥਿਊਰਮ ਜੇ ਆਪਾਂ ਯਾਦ ਕਰੀਏ, ਲੈਮੀ ਥਿਊਰਮ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਫੋਰਸ ਹੈ ਉਹ 3 ਫੋਰਸਿਸ ਇੱਕ ਪੁਆਇੰਟ 'ਤੇ ਲੱਗ ਰਹੀਆਂ ਹੁੰਦੀਆਂ, ਅਤੇ ਇੱਕ ਫੋਰਸ ਦੂਜੀਆਂ ਦੋਵਾਂ ਫੋਰਸ ਦੇ ਸਾਈਨ ਐਂਗਲ ਦੇ ਪ੍ਰਪੋਰਸ਼ਨਲ ਹੁੰਦੀਆਂ ਹੈਗੀਆਂ। ਇਹੀ ਆਪਣੀ ਲੈਮੀ ਥਿਊਰਮ ਸੀਗੀ। ਤਾਂ ਜਿਹੜੀ T1 ਹੈ ਕਿਸ ਦੇ ਪ੍ਰਪੋਰਸ਼ਨਲ ਹੋਊਗੀ? ਜਿਹੜੀਆਂ ਦੋ ਫੋਰਸਿਸ ਨੇ ਉਹਨਾਂ ਦੇ ਵਿਚਕਾਰ ਜਿਹੜਾ ਐਂਗਲ ਆ ਉਹਦੇ ਸਾਈਨ ਪ੍ਰਪੋਰਸ਼ਨਲ ਹੋਣਗੀਆਂ। ਤਾਂ ਉਹ 60 ਡਿਗਰੀ ਐਂਗਲ ਹੈਗਾ, ਤਾਂ ਸਾਈਨ 60 ਡਿਗਰੀ ਹੋ ਗਿਆ। ਅਤੇ T2 ਕੀ ਹੈਗਾ? ਇਹਨਾਂ ਦੋਨਾਂ 'ਚ ਕਿੰਨਾ ਐਂਗਲ ਹੈਗਾ? ਉਹ 90 ਡਿਗਰੀ ਸਾਫ਼ ਹੀ ਦਿਖ ਰਿਹਾ। ਕਿਉਂ? ਕਿਉਂਕਿ 90 ਡਿਗਰੀ ਇਸ ਲਈ ਕਿਉਂਕਿ ਆਹ ਹੌਰੀਜੈਂਟਲ ਹੈ, ਅਤੇ ਜਿਹੜੀ ਵੇਟ ਹੁੰਦਾ ਉਹ ਹਮੇਸ਼ਾ ਵਰਟੀਕਲੀ ਰਹਿੰਦਾ ਹੁੰਦਾ ਗ੍ਰੈਵਿਟੀ ਇਫੈਕਟ ਕਰਕੇ, ਤਾਂ ਜਿਹੜਾ ਫਿਰ ਐਂਗਲ ਜਿਹੜਾ ਹੈਗਾ ਇਹ 90 ਡਿਗਰੀ ਹੋਊਗਾ। ਅਤੇ ਤੀਸਰਾ ਜਿਹੜਾ ਵੇਟ ਹੈ ਸੌਰੀ 20 kg, ਤਾਂ ਉਹ ਆਪਾਂ ਨੂੰ ਦੇਖਣਾ ਪਊਗਾ ਇਹਨਾਂ ਦੋਨਾਂ 'ਚ ਕਿੰਨਾ ਐਂਗਲ ਹੈਗਾ, ਹੈ ਨਾ, ਸੌਰੀ ਆਹ ਜਿਹੜਾ ਐਂਗਲ ਹੈ ਦੋਨਾਂ 'ਚ ਕਿੰਨਾ ਹੋਏਗਾ। ਤਾਂ ਇਹ ਸਾਫ਼ ਜੀ ਗੱਲ ਹੈ ਕਿ ਇਹਨਾਂ ਦੋਨਾਂ ਵਿਚਕਾਰ ਐਂਗਲ ਨਜ਼ਰ ਆ ਰਿਹਾ ਹੈਗਾ, ਆਹ 90 ਹੈ ਅਤੇ ਆਹ 60 ਹੈ, 90 + 60 ਬਣ ਗਿਆ ਦੋਨਾਂ ਵਿੱਚ ਐਂਗਲ, ਹੈ ਨਾ। ਤਾਂ ਟੋਟਲ ਐਂਗਲ 90 + 60, ਤਾਂ ਇਹ 90 + 60 ਸਾਈਨ 90 + 60 cos 60 ਹੁੰਦਾ ਹੈਗਾ। ਸੋਲਵ ਕਰ ਲਓਗੇ, ਇੱਥੋਂ T1 ਵੀ ਆ ਜਾਏਗਾ ਅਤੇ ਇੱਥੇ T2 ਵੀ ਆ ਜਾਏਗਾ। ਉਸ ਤੋਂ ਬਾਅਦ ਆਪਾਂ ਲਗਾਉਂਦੇ ਹੈਗੇ ਲੈਮੀ ਥਿਊਰਮ ਇਸ ਪੁਆਇੰਟ ਦੇ ਉੱਪਰ ਜਿੱਥੇ ਡਬਲਯੂ ਵੇਟ ਸਸਪੈਂਡ ਕੀਤਾ ਹੋਇਆ, ਤਾਂ ਉੱਥੇ T2 ਬਟਾ ਆਹ T2 ਹੈ ਬਟਾ ਸਾਈਨ ਆਫ ਦਿਸ ਐਂਗਲ। ਇਹ ਐਂਗਲ ਕਿੰਨਾ ਹੋਊਗਾ? ਹੁਣ ਧਿਆਨ ਨਾਲ ਦੇਖਿਓ ਕਿ ਜੇ ਆਹ ਐਂਗਲ 30 ਹੈ, ਠੀਕ ਹੈ, ਆਹ ਐਂਗਲ 30 ਹੈ ਅਤੇ ਆਹ 90 ਡਿਗਰੀ ਬਣ ਜਾਏਗਾ, ਅਤੇ ਆਹ ਐਂਗਲ 60 ਡਿਗਰੀ ਹੋਊਗਾ। ਸਾਫ਼ ਦੀ ਗੱਲ ਹੈ, ਕਿਉਂਕਿ ਕੋਣ ਦੇ ਤਿੰਨੋਂ ਐਂਗਲਾਂ ਨਾਲ ਜੋੜਨਾ 180 ਡਿਗਰੀ ਹੁੰਦਾ ਹੈਗਾ ਨਾ। ਜੇ ਆਹ 30 ਹੈ, ਆਹ 90 ਹੈ, ਫਿਰ ਇਹਨੂੰ 60 ਹੋਣਾ ਪਊਗਾ, ਹੈ ਨਾ। ਅਤੇ ਫਿਰ T2 ਬਟਾ ਆਹ ਐਂਗਲ ਕਿੰਨਾ ਹੈਗਾ? T2 ਬਟਾ ਆਹ ਐਂਗਲ ਕਿੰਨਾ ਹੈ? ਆਹ ਐਂਗਲ 90 ਹੈ ਅਤੇ ਆਹ 60 ਹੈ, ਅਤੇ ਫਿਰ ਸਾਈਨ 90 + 60 ਹੋ ਗਿਆ। ਅਤੇ T3 ਆਹ ਐਂਗਲ ਕਿੰਨਾ ਹੈਗਾ, ਹੈ ਨਾ, ਆਹ ਵਾਲਾ ਬੜਾ ਸੌਖਾ ਹੈਗਾ। ਜੇ ਆਹ ਐਂਗਲ 60 ਹੈ, ਆਹ ਟ੍ਰਾਇੰਗਲ ਪੂਰੀ ਕਰ ਲਓ, ਆਹ 30 ਹੋਊਗਾ, ਅਤੇ ਫਿਰ ਸਾਈਨ 90 + 30 ਹੋ ਜਾਏਗਾ। ਅਤੇ ਡਬਲਯੂ ਜਿਹੜਾ ਹੈਗਾ, ਡਬਲਯੂ ਦੇਖੋ ਧਿਆਨ ਨਾਲ ਜਰਾ, ਆਹ ਵਾਲਾ ਕਿ ਇਹਨਾਂ ਦੋਨਾਂ 'ਚ ਕਿੰਨਾ ਐਂਗਲ ਹੈਗਾ। ਹੁਣ ਦੇਖਿਓ ਆਹ 30 ਸੀਗਾ, 60 ਸੀਗਾ, ਟੋਟਲ ਐਂਗਲ 180 ਡਿਗਰੀ ਹੁੰਦਾ, ਅਤੇ 60 ਅਤੇ 30 90, ਬਾਕੀ ਫਿਰ 90 ਬਚ ਗਿਆ। ਤਾਂ ਯਾਨੀ ਕਿ ਜਿਹੜਾ ਆਹ ਐਂਗਲ ਹੈ ਇਹ 90 ਡਿਗਰੀ ਦਾ ਹੋਏਗਾ, ਆਹ ਵਾਲਾ T1 ਅਤੇ T2 ਅਤੇ T3 ਦੇ ਵਿੱਚ। ਤਾਂ ਆਪਾਂ ਭਰਤਾ, ਆਪਾਂ ਇੱਥੋਂ ਆਪਣਾ T3 ਅਤੇ ਡਬਲਯੂ ਨਿਕਲੇ ਆਉਣਗੇ। ਅਤੇ ਇੱਥੇ ਮਸਲਾ ਸਿਰਫ ਐਂਗਲ ਦਾ ਹੀ ਸੀਗਾ, ਜ਼ਿਆਦਾ ਕੋਈ ਹੋਰ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੀਗੀ। ਉਹ ਕੋਈ ਮੁਸ਼ਕਲ ਕੰਮ ਨਹੀਂ ਹੈਗਾ। ਆਲਟਰਨੇਟ ਐਂਗਲ ਹੁੰਦੇ, ਸਪਲੀਮੈਂਟਰੀ ਐਂਗਲ ਹੁੰਦੇ, ਸਮ ਆਫ ਐਂਗਲਸ ਆਫ ਟ੍ਰਾਇੰਗਲਸ, ਆਪਾਂ ਇਹੀ ਯੂਜ਼ ਕਰਦੇ ਹੈਗੇ ਹਾਂ। ਉੱਥੋਂ ਆਪਣੇ ਜਿਹੜੇ ਐਂਗਲਸ ਨੇ ਬੜੀ ਈਜ਼ੀਲੀ ਨਿਕਲ ਆਉਂਦੇ ਹੈਗੇ ਆ।
ਇੱਥੇ ਆਪਾਂ ਨੂੰ ਗੱਲ ਕੀਤੀ ਗਈ ਹੈ ਕੁਐਸਚਨ ਨੰਬਰ 6 ਦੇ ਵਿੱਚ ਕਿ ਕੋਈ ਲੈਮਿਨਾ ਹੈ, ਪਲੇਨ ਲੈਮਿਨਾ ਹੈ, ਰੰਬਸ ਦੀ ਫਾਰਮ ਦੇ ਵਿੱਚ ਹੈਗਾ, ਤੇ ਉਹਦਾ ਇੱਕ ਐਂਗਲ 120 ਡਿਗਰੀ ਹੈ ਨਾ, ਤੇ ਇੱਕ ਐਂਗਲ 120 ਡਿਗਰੀ ਹੈ, ਤੇ ਦੋ ਫੋਰਸ ਲੱਗ ਰਹੀਆਂ ਨੇ ਡਾਇਗਨਲ ਦੇ ਅਲੋਂਗ, ਤੇ ਜਿਹੜੀ ਉਹਦੀ ਇੱਕ ਸਾਈਡ ਹੈ ਹੌਰੀਜੈਂਟਲ ਹੈ। ਠੀਕ ਹੈ, ਦੋਨੋਂ ਫੋਰਸ ਇਸ ਤਰ੍ਹਾਂ ਨੇ ਕਿ ਇੱਕ ਫੋਰਸ ਦੂਸਰੀ ਫੋਰਸ ਤੋਂ ਵੱਡੀ ਹੈ, ਪੀ ਫੋਰਸ ਕਿਊ ਫੋਰਸ ਤੋਂ ਵੱਡੀ ਮੰਨ ਕੇ ਚੱਲ ਰਹੇ ਹੈਗੇ, ਤੇ ਪ੍ਰੂਵ ਕਰਨਾ ਕਿ ਜਿਹੜਾ ਪੀ ਸਕੁਅਰ ਆ 3 ਕਿਊ ਸਕੁਅਰ ਦੇ ਬਰਾਬਰ ਹੋਊਗਾ। ਠੀਕ ਹੈ, ਤਾਂ ਇੱਕ ਆਪਾਂ ਰੰਬਸ ਲੈ ਲਈ। ਠੀਕ ਹੈ, ਰੰਬਸ ਦੇ ਲੌਂਗ ਆ ਫੋਰਸ ਰੰਬਸ ਦੇ ਡਾਇਗਨਲ ਦੇ ਲੌਂਗ ਆ ਫੋਰਸ ਲੱਗ ਰਹੀਆਂ ਨੇ। ਚਲੋ ਪਹਿਲੇ ਆਪਾਂ ਰੰਬਸ ਦੀ ਗੱਲ ਕਰ ਲਈਏ। ਰੰਬਸ ਕੀ ਹੁੰਦੀ ਹੈ? ਰੰਬਸ ਇੱਕ ਐਸੀ ਪੈਰਲੋਗ੍ਰਾਮ ਹੁੰਦੀ ਹੈ ਜਿਹਦੀਆਂ ਸਾਰੀਆਂ ਸਾਈਡਾਂ ਬਰਾਬਰ ਹੁੰਦੀਆਂ। ਠੀਕ ਹੈ, ਤੇ ਉਹਦੇ ਜਿਹੜੇ ਡਾਇਗਨਲ ਹੁੰਦੇ ਆ ਨਾ, ਉਹ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੇ ਹੁੰਦੇ ਆ, ਤੇ ਓਬਵੀਅਸਲੀ ਮਿਡ ਪੁਆਇੰਟ ਤਾਂ ਕੱਟਣਗੇ, ਉਹ ਖੈਰ ਇਸ਼ੂ ਨਹੀਂ ਹੈਗਾ। ਦੂਜੀ ਗੱਲ, ਜਿਹੜੇ ਡਾਇਗਨਲ ਹੁੰਦੇ ਆ ਉਹ ਨਾ ਇੰਟਰਨਲੀ ਐਂਗਲਸ ਨੂੰ ਡਿਵਾਈਡ ਕਰਦੇ ਹੁੰਦੇ ਆ ਅੱਧ ਦੇ ਵਿੱਚ, ਇੰਟਰਨਲ ਬਾਈਸੈਕਟਰ ਹੁੰਦੇ ਆ। ਇਹ ਦੂਜੀ ਗੱਲ ਹੁੰਦੀ ਹੈ। ਤੀਜੀ ਗੱਲ ਜਿਹੜੀ ਹੁੰਦੀ ਹੈ ਕਿ ਆਹ ਜਿਹੜਾ ਐਂਗਲ ਹੁੰਦਾ ਤੇ ਪਲੱਸ ਆਹ ਐਂਗਲ ਦੋਨਾਂ ਦਾ ਜੋੜ 180 ਡਿਗਰੀ ਹੁੰਦਾ। ਇਹ ਰੰਬਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈਗਾ। ਠੀਕ ਹੈ, ਤਾਂ ਹੁਣ ਮੈਂ ਦੁਬਾਰਾ ਵਾਪਸ ਆਉਣਾ ਸਿਚੁਏਸ਼ਨ ਦੇ ਵਿੱਚ। ਆਹ ਕੋਈ ਰੰਬਸ ਦੇ ਰੱਖੀ ਹੈ, ਤੇ ਇਹਦੀ ਡਾਇਗਨਲ ਦੇ ਲੌਂਗ ਫੋਰਸ ਲੱਗ ਰਹੀਆਂ ਨੇ ਸੈਂਟਰ ਦੇ ਉੱਪਰ। ਇਸ ਸੈਂਟਰ ਦੇ ਉੱਪਰ ਆਹ ਦੋ ਫੋਰਸ ਲੱਗ ਰਹੀਆਂ ਨੇ, ਇੱਕ ਫੋਰਸ ਦੂਜੀ ਫੋਰਸ ਨਾਲੋਂ ਵੱਡੀ ਹੈ। ਠੀਕ ਹੈ, ਤੇ ਪ੍ਰੂਵ ਕਰਨਾ ਕਿ ਜਿਹੜਾ ਪੀ ਸਕੁਅਰ ਆ 3 ਕਿਊ ਸਕੁਅਰ ਦੇ ਬਰਾਬਰ ਹੈ। ਇੱਥੇ ਪੀ ਜਿਹੜਾ ਹੈ ਕਿਊ ਨਾਲੋਂ ਵੱਡਾ ਦੇ ਰੱਖਿਆ ਹੈਗਾ। ਤਾਂ ਹੁਣ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਪੀ ਨੂੰ ਕਿੱਧਰਲੇ ਪਾਸੇ ਲਗਾਉਣਾ ਪਊਗਾ। ਹੁਣ ਪੀ ਨੂੰ ਚਾਹੇ ਆਪਾਂ ਇਸ ਡਾਇਗਨਲ ਦੇ ਪਾਸੇ ਲਗਾਈਏ ਜਾਂ ਇਸ ਡਾਇਗਨਲ ਦੇ ਪਾਸੇ ਲਗਾਈਏ, ਤਾਂ ਆਪਾਂ ਨੂੰ ਪੀ ਜਿਹੜਾ ਹੈਗਾ ਇਹ ਛੋਟੇ ਡਾਇਗਨਲ ਦੇ ਲੌਂਗ ਲਗਾਉਣਾ ਪਊਗਾ, ਕਿਉਂਕਿ ਛੋਟੇ ਡਾਇਗਨਲ ਦੇ ਲੌਂਗ ਲਗਾਓਗੇ ਤਾਂ ਹੀ ਜਿਹੜੀ ਆਹ ਸਾਈਡ ਹੈ ਹੌਰੀਜੈਂਟਲ ਰਹਿ ਪਾਊਗੀ, ਨਹੀਂ ਤਾਂ ਇਹ ਟਿਲਟ ਹੋ ਜਾਣਾ ਹੈਗਾ। ਠੀਕ ਹੈ, ਤੇ ਛੋਟੀ ਫੋਰਸ ਨੂੰ ਵੱਡੇ ਪਾਸੇ ਹੀ ਲਗਾਉਣਾ ਪਊਗਾ, ਵੱਡਾ, ਕਿਉਂਕਿ ਡਾਇਗਨਲ ਇੱਕ ਵੱਡਾ ਹੁੰਦਾ ਇੱਕ ਛੋਟਾ ਹੁੰਦਾ ਰੰਬਸ ਦੇ ਵਿੱਚ, ਹੈ ਨਾ। ਤੇ ਛੋਟੀ ਫੋਰਸ ਨੂੰ ਵੱਡੇ ਡਾਇਗਨਲ ਤੇ ਵੱਡੀ ਫੋਰਸ ਨੂੰ ਛੋਟੇ ਡਾਇਗਨਲ ਤੇ ਲਗਾਓਗੇ ਤਾਂ ਹੀ ਇਕੁਇਲਿਬਰੀਅਮ ਮੇਨਟੇਨ ਹੋ ਪਾਊਗਾ, ਨਹੀਂ ਤਾਂ ਜਿਹੜਾ ਆਹ ਸਾਈਡ ਹੌਰੀਜੈਂਟਲ ਨਹੀਂ ਰਹਿ ਪਾਊਗੀ। ਇਹ ਜ਼ਰੂਰੀ ਹੈ ਗੱਲ ਸਮਝਣੀ। ਤਾਂ ਇਸੇ ਕਰਕੇ ਪੀ ਨੂੰ ਮੈਂ ਇੱਧਰਲੇ ਪਾਸੇ ਲਗਾ ਰਿਹਾ ਹੈਗਾ। ਠੀਕ ਹੈ, ਤੇ ਜੇ ਪੀ ਇੱਧਰ ਨੂੰ ਲੱਗ ਰਿਹਾ ਤਾਂ ਫਿਰ ਆਹ ਐਂਗਲ ਕਿੰਨਾ ਹੋਊਗਾ? ਇੱਕ ਐਂਗਲ ਫਿਰ ਆਹ 120 ਡਿਗਰੀ ਹੁੰਦਾ। ਠੀਕ ਹੈ, ਉਹ ਕਹਿ ਵੀ ਰੱਖਿਆ ਉਹਨਾਂ ਨੇ, ਤੇ ਕਿਉਂਕਿ ਆਹ ਬਾਈਸੈਕਟ ਕਰਦਾ ਹੁੰਦਾ, ਤੇ ਫਿਰ ਆਹ ਐਂਗਲ ਕਿੰਨਾ ਹੋ ਗਿਆ? 60 ਡਿਗਰੀ ਹੋ ਗਿਆ। ਠੀਕ ਹੈ, ਤੇ ਜੇ ਆਹ ਐਂਗਲ 60 ਹੈ, ਆਹ 90 ਹੈ, ਤੇ ਫਿਰ ਆਹ ਕਿੰਨਾ ਹੋਊਗਾ? 30 ਹੋਊਗਾ। ਠੀਕ ਹੈ, ਤੇ ਆਪਾਂ ਕੀ ਕਰਦੇ ਹਾਂ, ਫੋਰਸਸ ਨੂੰ, ਦੋਨਾਂ ਫੋਰਸਸ ਨੂੰ ਇੱਧਰਲੇ ਪਾਸੇ ਨੂੰ ਰਿਜ਼ੋਲਵ ਕਰ ਦਿੰਦੇ ਹਾਂ ਏ ਬੀ ਵਾਲੀ ਡਾਇਰੈਕਸ਼ਨ 'ਤੇ। ਤੇ ਮੈਂ ਲਿਖਿਆ ਹੋਇਆ ਰਿਜ਼ੋਲਵਿੰਗ ਫੋਰਸ ਅਲੋਂਗ ਹੌਰੀਜੈਂਟਲ ਡਾਇਰੈਕਸ਼ਨ ਏ ਬੀ। ਤੇ ਆਪਾਂ ਨਿਕਾਲਦੇ ਹਾਂ ਇਹਦਾ ਪਾਰਟ ਕਿ ਪਹਿਲਾ ਕੀ ਆਊਗਾ? ਪੀ cos 60। ਠੀਕ ਹੈ, ਪੀ cos 60 ਡਿਗਰੀ ਪਲੱਸ ਕਿਊ ਕਿੰਨਾ ਐਂਗਲ ਬਣਾਉਂਦੀ ਹੈ? ਆਹ ਐਂਗਲ ਗਿਣਿਆ ਜਾਊਗਾ, ਆਹ ਵਾਲਾ, ਇਹ ਹੋਊਗਾ 180 ਮਾਈਨਸ 30। ਠੀਕ ਹੈ, ਯਾਨੀ ਕਿ 150, ਹੈ ਨਾ, ਤੇ ਇਹ ਨੈਗੇਟਿਵ ਆ ਜਾਊਗਾ। ਠੀਕ ਹੈ, cos 180 ਮਾਈਨਸ 30 ਜਿਹੜਾ ਹੁੰਦਾ ਉਹ ਨੈਗੇਟਿਵ ਆਏਗਾ, ਤਾਂ ਯਾਨੀ ਕਿ ਉਹ cos ਨੈਗੇਟਿਵ 130 ਆ ਗਿਆ, ਸੌਰੀ ਨੈਗੇਟਿਵ cos 30 ਆ ਗਿਆ, ਹੈ ਨਾ। ਤੇ cos 30 ਸਕੁਅਰ ਰੂਟ 3 ਹੁੰਦਾ ਹੈਗਾ। ਇਹ ਤੋਂ ਜਿਹੜਾ ਪੀ ਹੈ ਕਿਊ ਸਕੁਅਰ ਰੂਟ 3 ਆ ਜਾਏਗਾ, ਜਦੋਂ ਸਕੁਅਰ ਕਰੂੰਗੇ ਤਾਂ ਉਹ ਪੀ ਸਕੁਅਰ ਬਰਾਬਰ 3 ਕਿਊ ਸਕੁਅਰ ਹੋ ਜਾਏਗਾ। ਹੁਣ ਇਹਦੇ ਕੁਐਸਚਨ 'ਚ ਮੈਨੂੰ ਖਾਸ ਗੱਲ ਕੀ ਲੱਗੀ ਕਿ ਪੀ ਜਿਹੜੀ ਫੋਰਸ ਹੈ ਉਹਨੂੰ ਕਿੱਧਰਲੇ ਪਾਸੇ ਲਗਾਉਣਾ ਹੈਗਾ? ਛੋਟੇ ਵਾਲੇ ਪਾਸੇ ਛੋਟੇ ਡਾਇਗਨਲ ਦੇ ਲੌਂਗ ਲਗਾਉਣਾ ਵੀ ਵੱਡੇ ਡਾਇਗਨਲ ਦੇ ਲੌਂਗ ਲਗਾਉਣਾ ਹੈਗਾ। ਤਾਂ ਇਹ ਕਰੂਸ਼ਲ ਪੁਆਇੰਟ ਸੀਗਾ ਇਹਦੇ ਵਿੱਚ, ਨਹੀਂ ਤਾਂ ਆਨਸਰ ਉਲਟਾ ਆ ਜਾਣਾ ਸੀਗਾ। ਤਾਂ ਇਹ ਜ਼ਰੂਰੀ ਹੈ, ਇਹ ਤੁਸੀਂ ਫਿਜ਼ੀਕਲੀ ਵੀ ਓਬਜ਼ਰਵ ਕਰ ਸਕਦੇ ਹੋ। ਇਸ ਤਰ੍ਹਾਂ ਮੈਂ ਗੱਲ ਕਿਉਂ ਕਰ ਰਿਹਾ ਹਾਂ ਕਿ ਫੋਰਸ ਨੂੰ ਛੋਟੇ ਪਾਸੇ ਕਿਉਂ ਲਗਾਉਣਾ ਵੱਡੇ ਵਾਲੇ ਨੂੰ। ਠੀਕ ਹੈ, ਤਾਂ ਇਹ ਟੋਰਕ ਵਾਲਾ ਚੈਪਟਰ ਅੱਗੇ ਆਊਗਾ, ਉੱਥੇ ਤੁਹਾਨੂੰ ਸਮਝ ਲੱਗੂਗੀ ਕਿ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਹੈਗਾ। ਬਾਕੀ ਰੰਬਸ ਦੀਆਂ ਪ੍ਰੋਪਰਟੀਜ਼ ਨੇ, ਤੁਸੀਂ ਉਹ ਨੈਟ ਤੋਂ ਚੈੱਕ ਕਰ ਸਕਦੇ ਹੋ, ਜਾਂ ਛੋਟੀਆਂ ਕਲਾਸਾਂ 'ਚ ਆਪਾਂ ਰੰਬਸ ਦੀਆਂ ਪ੍ਰੋਪਰਟੀਜ਼ ਪੜ੍ਹੀਆਂ ਹੀ ਹੋਈਆਂ, ਜ਼ਿਆਦਾ ਮੁਸ਼ਕਲ ਨਹੀਂ ਹੈਗੀਆਂ। ਅਗਲਾ ਕੁਐਸਚਨ ਮੈਂ ਐਗਜ਼ਾਮਪਲ ਤੋਂ ਚੁੱਕ ਰਿਹਾ, ਕਿਉਂਕਿ ਮੈਨੂੰ ਐਗਜ਼ਾਮਪਲ 'ਚ ਕੁਐਸਚਨ ਬਹੁਤ ਵਧੀਆ ਲੱਗਾ, ਤਾਂ ਮੈਂ ਇਹਨੂੰ ਮੈਂ ਕਰ ਰਿਹਾ ਹੈਗਾ। ਦੋ ਵੇਟ ਨੂੰ ਸਸਪੈਂਡ ਕੀਤਾ ਹੋਇਆ ਓ ਏ ਕਿਸੇ ਪੁਆਇੰਟ ਓ ਤੋਂ ਸਟਰਿੰਗ ਦੁਆਰਾ। ਠੀਕ ਹੈ, ਓ ਏ ਤੇ ਓ ਬੀ ਨਾਮ ਦੀ ਸਟਰਿੰਗ ਹੈ, ਉਹਦੇ ਨਾਲ ਦੋ ਵੇਟ ਸਸਪੈਂਡ ਕੀਤੇ ਹੋਏ, ਤੇ ਵਿਚਕਾਰ ਨਾ ਇੱਕ ਰੋਡ ਫਸਾਈ ਹੋਈ ਹੈ। ਠੀਕ ਹੈ, ਤੇ ਜਿਹੜੀ ਰੋਡ ਹੈ ਉਹ ਹੌਰੀਜੈਂਟਲ ਵਰਟੀਕਲ ਦੇ ਨਾਲ ਕੋਈ ਐਂਗਲ ਬਣਾ ਰਹੀ ਹੈਗੀ ਹੈ। ਠੀਕ ਹੈ, ਮੈਂ ਇੱਧਰ ਅਗਲੇ ਪੇਜ 'ਤੇ ਆ ਜਾਣਾ, ਡਾਇਗਰਾਮ ਤੋਂ ਸਮਝਾਉਣਾ ਹੈਗਾ ਮੈਂ, ज़्यादा बेटर रहेगा। ਇਹ 'ਚ ਕੀ ਹੈ ਕਿ ਆਹ ਕੋਈ ਪੁਆਇੰਟ ਹੈ। ਠੀਕ ਹੈ, ਇਸ ਪੁਆਇੰਟ ਤੋਂ ਨਾ ਇੱਕ ਇਸ ਤਰ੍ਹਾਂ ਕਹਿ ਲਓ ਸਟਰਿੰਗ ਲਮਕਾਤਾ, ਇੱਕ ਇਸ ਤਰ੍ਹਾਂ ਸਟਰਿੰਗ ਲਮਕਾਤਾ। ਇਹਨਾਂ ਦੋਨਾਂ ਸਟਰਿੰਗ ਦੇ ਵਿਚਕਾਰ ਨਾ ਇੱਕ ਰੋਡ ਫਸਾਈ ਹੋਈ ਹੈ, ਲਾਈਟ ਰੋਡ, ਉਹ ਫਸਾਈ ਹੋਈ ਹੈ। ਠੀਕ ਹੈ, ਤੇ ਆਹ ਐਂਗਲ ਜਿਹੜਾ ਆਪਾਂ ਨੂੰ ਬੀਟਾ ਦੇ ਰੱਖਿਆ, ਐਂਗਲ ਆਪਾਂ ਨੂੰ ਅਲਫਾ ਦੇ ਰੱਖਿਆ ਹੈਗਾ, ਯਾਨੀ ਕਿ ਜਿਹੜੀ ਓ ਏ ਸਟਰਿੰਗ ਹੈ ਰੋਡ ਦੇ ਨਾਲ ਅਲਫਾ ਐਂਗਲ ਬਣਾ ਰਹੀ ਹੈ, ਜਿਹੜੀ ਓ ਬੀ ਸਟਰਿੰਗ ਹੈ ਉਹ ਬੀਟਾ ਐਂਗਲ ਬਣਾ ਰਹੀ ਹੈ, ਤੇ ਜਿਹੜੀ ਰੋਡ ਹੈ ਹੌਰੀਜੈਂਟਲ ਦੇ ਨਾਲ ਥੀਟਾ ਐਂਗਲ ਬਣਾ ਰਹੀ ਹੈ। ਤੇ ਆਪਾਂ ਪ੍ਰੂਵ ਕਰਨਾ ਕਿ ਜਿਹੜਾ ਟੈਂਜੈਂਟ ਥੀਟਾ ਉਹ ਇਹਦੇ ਬਰਾਬਰ ਹੋਊਗਾ, ਇਹ ਚੀਜ਼ ਪ੍ਰੂਵ ਕਰਨੀ ਹੈ ਆਪਾਂ। ਠੀਕ ਹੈ, ਤਾਂ ਹੁਣ ਇੱਥੇ ਜਿਹੜੀ ਨੋਟ ਕਰਨ ਵਾਲੀ ਗੱਲਾਂ ਨੇ, ਨੋਟ ਕਰਨ ਵਾਲੀ ਗੱਲਾਂ ਵੈਸੇ ਬੇਸਿਕਲੀ ਤਾਂ ਲੈਮੀ ਥਿਊਰਮ ਲੱਗਣੀ ਹੈ, ਹੋਰ ਕੋਈ ਖਾਸ ਨਹੀਂ ਹੈਗਾ ਇੱਥੇ। ਠੀਕ ਹੈ,
ਤਾਂ ਆਪਾਂ ਟੈਂਜੈਂਟ ਥੀਟਾ ਨਿਕਾਲਾਂਗੇ ਰੋਡ ਹੌਰੀਜ਼ੌਂਟਲ ਨਾਲ ਵਰਟੀਕਲ ਨਾਲ ਕਿੰਨਾ ਐਂਗਲ ਬਣਾਏਗੀ। ਕਲੀਅਰ ਹੈ ਜੀ। ਤਾਂ ਇੱਥੇ ਐਂਗਲ ਆਪਾਂ ਨੂੰ ਸਾਫ਼ ਦਿਖ ਰਿਹਾ, ਆ ਐਂਗਲ ਬੀਟਾ ਹੈ, ਆ ਐਂਗਲ ਅਲਫਾ ਹੈ, ਤੇ ਆ ਐਂਗਲ ਥੀਟਾ ਹੈ, ਤੇ ਇਧਰਲੇ ਪਾਸੇ ਆਪਣਾ ਕਿਊ ਵੇਟ ਲੰਮਕ ਰਿਹਾ ਹੈ, ਇਧਰਲੇ ਪਾਸੇ ਆਪਣਾ ਜਿਹੜਾ ਹੈਗਾ ਪੀ ਵੇਟ ਲੰਮਕ ਰਿਹਾ ਹੈਗਾ। ਤੇ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਇਕੁਇਲਿਬਰੀਅਮ ਦੇ ਵਿੱਚ ਹੈ। ਠੀਕ ਹੈ। ਤੇ ਇੱਕ ਹੋਰ ਚੀਜ਼ ਨਜ਼ਰ ਆਏਗੀ ਜਦੋਂ ਤੁਸੀਂ ਆਹ ਸਟਰਿੰਗ ਇੱਦਾਂ ਲਮਕਾਓਗੇ ਤਾਂ ਇਹ ਜਿਹੜਾ ਸਟਰਿੰਗ ਹੈ ਇਸ ਵੇਟ ਕਰਕੇ ਨਾ ਰੋਡ ਦੇ ਇਸ ਐਂਡ ਉੱਪਰ ਇੱਕ ਫੋਰਸ ਪੈਦਾ ਕਰੇਗਾ ਜਿਹਨੂੰ ਥਰਸਟ ਕਵਾਂਗੇ। ਜ਼ੋਰ ਪਾਏਗਾ ਨਾ ਇਹਦੇ ਉੱਪਰ ਆਪਣੇ ਭਾਰ ਕਰਕੇ, ਇਸ ਜਗ੍ਹਾ ਦੇ ਉੱਪਰ ਜ਼ੋਰ ਪਏਗਾ ਇਸ ਵੇਟ ਕਰਕੇ, ਹੈ ਨਾ। ਉਸ ਨੂੰ ਮੈਂ ਥਰਸਟ ਕਹੂੰਗਾ ਤੇ ਬਾਹਰਲੇ ਪਾਸੇ ਨੂੰ ਹੋਊਗੀ। ਇਸੇ ਤਰ੍ਹਾਂ ਇਸ ਵੇਟ ਕਰਕੇ ਜਿਹੜਾ ਤਾਗਾ ਹੈਗਾ ਰੋਡ ਦੇ ਇਸ ਐਂਡ 'ਤੇ ਵੀ ਥਰਸਟ ਪਾਊਗਾ, ਉਸ ਨੂੰ ਵੀ ਐਸ ਕਵਾਂਗੇ। ਹੁਣ ਕੁਐਸਚਨ ਇਹ ਹੈ ਕਿ ਇਹ ਦੋਨੋਂ ਪਾਸੇ ਥਰਸਟ ਬਰਾਬਰ ਕਿਉਂ? ਇਹ ਬਰਾਬਰ ਇਸ ਲਈ ਹੈ ਕਿ ਕਿਉਂਕਿ ਇਕੁਇਲਿਬਰੀਅਮ ਐਸਟੈਬਲਿਸ਼ ਹੋਇਆ ਵਾ। ਕਿਉਂਕਿ ਇਹ ਦੋਨੋਂ ਫੋਰਸ ਜੇ ਬਰਾਬਰ ਨਹੀਂ ਨਾ ਹੋਣਗੀਆਂ ਤਾਂ ਇਹਨੇ ਰੋਡ ਨੇ ਹਿੱਲੀ ਜਾਣਾ ਹੈਗਾ, ਹੈ ਨਾ। ਤਾਂ ਕਿਉਂਕਿ ਰੋਡ ਹਿੱਲ ਨਹੀਂ ਰਹੀ, ਸਟੇਬਲ ਹੈ, ਇਕੁਇਲਿਬਰੀਅਮ 'ਚ ਹੈ, ਤਾਂ ਆਹ ਫੋਰਸ ਤੇ ਆਹ ਫੋਰਸ ਜਿਹੜੀਆਂ ਇਕੁਅਲ ਐਂਡ ਆਪੋਜ਼ਿਟ ਲੱਗ ਰਹੀਆਂ ਨੇ ਇਹਨਾਂ ਨੂੰ ਬਰਾਬਰ ਹੋਣਾ ਪਊਗਾ। ਚਾਹੇ ਜ਼ਰੂਰ ਹੈ ਆਹ ਵੇਟ ਤੇ ਆਹ ਵੇਟ ਦੋਨੋਂ ਅਲੱਗ-ਅਲੱਗ ਨੇ ਤੇ ਆਹ ਥਰਸਟ ਜਿਹੜੀ ਹੈ ਫਿਰ ਬਰਾਬਰ ਕਿਵੇਂ ਹੋ ਜੂਗੀ, ਹੈ ਨਾ। ਪਰ ਕਿਉਂਕਿ ਇਕੁਇਲਿਬਰੀਅਮ ਸਟੈਬਲਿਸ਼ ਹੋਇਆ ਵਾ, ਇਹ ਦੋਨੋਂ ਥਰਸਟ ਆਪੋਜ਼ਿਟ ਡਾਇਰੈਕਸ਼ਨ 'ਚ ਲੱਗ ਰਹੀਆਂ ਨੇ ਤਾਂ ਇਹਨਾਂ ਨੂੰ ਬਰਾਬਰ ਹੋਣਾ ਹੀ ਪਊਗਾ, ਨਹੀਂ ਤਾਂ ਇਕੁਇਲਿਬਰੀਅਮ ਸਟੈਬਲਿਸ਼ ਨਹੀਂ ਹੋਣਾ। ਠੀਕ ਹੈ। ਤੇ ਆਪਾਂ ਨੂੰ ਹੁਣ ਆਪਾਂ ਕੀ ਕਰਨਾ ਹੈ, ਇਸ ਪੁਆਇੰਟ ਤੇ ਲੈਮੀ ਥਿਊਰਮ ਲਗਾਵਾਂਗੇ ਤੇ ਇਸ ਪੁਆਇੰਟ ਤੇ ਲੈਮੀ ਥਿਊਰਮ ਲਗਾਵਾਂਗੇ। ਧਿਆਨ ਨਾਲ ਦੇਖਿਓ, ਇਸ ਪੁਆਇੰਟ ਦੇ ਉੱਪਰ ਇੱਕ ਫੋਰਸ ਇੱਧਰ ਨੂੰ ਲੱਗ ਰਹੀ ਹੈ, ਇੱਕ ਟੈਂਸ਼ਨ ਇੱਧਰ ਨੂੰ ਲੱਗ ਰਹੀ ਹੈ ਸਟਰਿੰਗ ਦੇ ਵਿੱਚ, ਇੱਕ ਵੇਟ ਥੱਲੇ ਨੂੰ ਲੱਗ ਰਿਹਾ। ਇਸੇ ਤਰ੍ਹਾਂ ਇਸ ਪੁਆਇੰਟ ਤੇ ਇੱਕ ਟੈਂਸ਼ਨ ਇੱਧਰ ਨੂੰ ਲੱਗ ਰਹੀ ਹੈ ਤੇ ਇੱਕ ਥਰਸਟ ਇੱਧਰ ਨੂੰ ਜਾ ਰਹੀ ਹੈ ਤੇ ਇੱਕ ਜਿਹੜੀ ਹੈਗੀ ਆ ਫੋਰਸ ਆਫ ਡਿਊ ਟੂ ਵੇਟ ਇੱਧਰ ਨੂੰ ਜਾ ਰਹੀ ਹੈਗੀ ਹੈ ਨਾ। ਤੇ ਆਪਾਂ ਪਹਿਲਾਂ ਇੱਥੇ ਲੈਮੀ ਥਿਊਰਮ ਲਗਾਉਂਦੇ ਹਾਂ ਇਸ ਪੁਆਇੰਟ ਦੇ ਉੱਪਰ। ਤਾਂ ਥਰਸਟ ਦੀ ਗੱਲ ਕਰੀਏ, ਐਸ ਬਟਾ ਸਾਈਨ ਆਫ ਐਂਗਲ, ਇਹਨਾਂ ਦੋਨਾਂ 'ਚ ਕਿੰਨਾ ਐਂਗਲ ਹੈਗਾ, ਆਪਣਾ ਇਹਨਾਂ ਦੋਨਾਂ 'ਚ ਐਂਗਲ ਕਿੰਨਾ, ਆਹ ਵਾਲਾ T1 ਤੇ P ਦੇ ਵਿੱਚ। ਹੁਣ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਆਹ ਐਂਗਲ ਥੀਟਾ ਤਾਂ ਇਸ ਐਂਗਲ ਨੂੰ ਵੀ ਥੀਟਾ ਹੋਣਾ ਪਊਗਾ। ਬੜੀ ਕਲੀਅਰ ਜੀ ਗੱਲ ਹੈਗੀ ਹੈ ਨਾ। ਆਹ ਜਿਹੜੇ ਨੇ ਇਹ ਦੋਨੋਂ ਐਂਗਲ ਸੇਮ ਹੁੰਦੇ ਆ ਕਿਉਂਕਿ ਆਹ ਲਾਈਨ ਤੇ ਆਹ ਲਾਈਨ ਪੈਰਲਲ ਹੈ, ਆਹ ਵਾਲੀ ਲਾਈਨ ਤੇ ਆਹ ਵਾਲੀ ਲਾਈਨ ਪੈਰਲਲ ਹੈ, ਦੋਨੋਂ ਹੀ ਵਰਟੀਕਲ ਨੇ ਤੇ ਫਿਰ ਆਹ ਐਂਗਲ ਤੇ ਆਹ ਐਂਗਲ ਬਰਾਬਰ ਹੋਣਗੇ। ਜੇ ਆਹ ਐਂਗਲ ਥੀਟਾ ਹੈ ਤਾਂ ਫਿਰ ਇਸ ਐਂਗਲ ਨੂੰ 180 ਘਟਾਓ ਥੀਟਾ ਹੋਊਗਾ ਤੇ ਫਿਰ ਆਹ ਟੋਟਲ ਐਂਗਲ ਕਿੰਨਾ ਬਣ ਜਾਊਗਾ 180 ਮਾਈਨਸ ਥੀਟਾ ਪਲੱਸ ਥੀਟਾ। ਤਾਂ ਲਿਖਿਆ ਗਿਆ ਫਿਰ ਇਹ, ਹੈ ਨਾ, ਸਾਈਨ 180 ਮਾਈਨਸ ਥੀਟਾ ਪਲੱਸ ਥੀਟਾ ਅਲਫਾ T1 ਬਟਾ T1 ਇਹਨਾਂ ਦੋਨਾਂ 'ਚ ਐਂਗਲ ਕਿੰਨਾ ਉਹ ਆਪਾਂ ਨਿਕਾਲ ਹੀ ਲਿਆ, ਸਾਈਨ ਥੀਟਾ ਆ ਗਿਆ। ਇਸੇ ਤਰ੍ਹਾਂ ਹੀ P ਬਟਾ ਇਸ P ਬਟਾ ਆਹ ਐਂਗਲ ਕਿੰਨਾ ਹੈਗਾ, ਜੇ ਆਹ ਐਂਗਲ ਅਲਫਾ ਹੈ ਇੱਧਰ 180 ਮਾਈਨਸ ਅਲਫਾ ਹੋਊਗਾ। ਚਲੋ ਜੀ ਹੋ ਗਿਆ ਇਹ, ਤੁਸੀਂ ਹੱਲ ਵਗੈਰਾ ਕਰ ਲਓ ਇਸ ਨੂੰ ਤਾਂ ਇਕੁਏਸ਼ਨ ਨੰਬਰ 1 ਬਣ ਜਾਏਗੀ। ਉਸੇ ਤਰ੍ਹਾਂ ਹੀ ਆਪਾਂ ਇੱਧਰਲੇ ਪਾਸੇ ਲਗਾਉਂਦੇ ਹਾਂ ਲੈਮੀ ਥਿਊਰਮ। ਤਾਂ ਐਸ ਬਟਾ ਆਹ ਐਂਗਲ ਕਿੰਨਾ ਹੈਗਾ, ਠੀਕ ਹੈ। ਤਾਂ ਇਸ ਐਂਗਲ ਨੂੰ ਜੇ ਆਹ ਪਹਿਲੇ ਜੇ ਆਹ ਐਂਗਲ ਥੀਟਾ ਦਾ ਵੀ ਐਂਗਲ ਥੀਟਾ ਹੀ ਹੋਊਗਾ ਤੇ ਟੋਟਲ ਐਂਗਲ ਕਿੰਨਾ ਆ ਗਿਆ ਫਿਰ ਬੀਟਾ ਪਲੱਸ ਥੀਟਾ, ਤੇ ਸਾਈਨ ਬੀਟਾ ਪਲੱਸ ਥੀਟਾ ਆ ਗਿਆ। T2 ਆਹ ਐਂਗਲ ਕਿੰਨਾ ਹੈਗਾ, ਆਹ ਵਾਲਾ P ਤੇ Q ਦੇ ਵਿੱਚ। ਜੇ ਆਹ ਥੀਟਾ ਹੈ ਤਾਂ ਫਿਰ 180 ਮਾਈਨਸ ਥੀਟਾ ਹੋਊਗਾ। ਸੌਰੀ ਕਿੰਨਾ ਹੈਗਾ ਐਂਗਲ ਇਹ T2 ਨਿਕਾਲ ਰਹੇ ਹਾਂ ਆਪਾਂ, ਆਹ ਐਂਗਲ ਕਿੰਨਾ ਹੋਏਗਾ T2 ਬਟਾ ਸਾਈਨ ਆਫ ਦਿਸ ਐਂਗਲ, ਇਹ ਐਂਗਲ ਹੈਗਾ ਸਾਈਨ 180 ਮਾਈਨਸ ਅਲਫਾ। ਇਸ ਨੂੰ ਅਲਫਾ ਕਿਉਂ ਹੋ ਰਿਹਾ ਹੈ ਕਿਉਂਕਿ ਆਹ ਐਂਗਲ ਅਲਫਾ ਹੈ ਤਾਂ ਇਸ ਨੂੰ ਵੀ ਅਲਫਾ ਹੋਣਾ, ਠੀਕ ਹੈ। ਤਾਂ ਆਹ 180 ਮਾਈਨਸ ਅਲਫਾ ਐਂਗਲ ਹੋ ਜਾਏਗਾ, ਠੀਕ ਹੈ। ਤਾਂ ਇਹ ਹੋ ਗਿਆ ਸਾਈਨ 180 ਮਾਈਨਸ ਅਲਫਾ। ਸਿਮਿਲਰਲੀ ਆਪਣਾ ਬਚ ਗਿਆ Q upon ਸਾਈਨ ਆਫ ਦਿਸ ਐਂਗਲ, ਰਾਈਟ, ਦਿਸ ਐਂਗਲ। ਤਾਂ ਇਹ ਜੇ ਬੀਟਾ ਹੈ ਤਾਂ 180 ਮਾਈਨਸ ਬੀਟਾ ਹੋ ਗਿਆ, ਲਿਖ ਲਿਆ ਗਿਆ, ਠੀਕ ਹੈ। ਇਸ ਨੂੰ ਸਿੰਪਲੀਫਾਈ ਕਰ ਲਓ ਤੇ ਇਕੁਏਸ਼ਨ ਨੰਬਰ 2 ਆ ਜਾਏਗੀ। ਤਾਂ ਖਿਆਲ ਰੱਖਿਓ ਤੁਸੀਂ ਇਹਨੂੰ ਤੇ ਇਹਨੂੰ ਇਕੁਏਟ ਕਰੋਗੇ ਤਾਂ ਇੱਥੋਂ ਐਸ ਆ ਨਿਕਲ ਆਏਗੀ, ਠੀਕ ਹੈ। ਇਹਨੂੰ ਤੇ ਇਹਨੂੰ ਇਕੁਏਟ ਕਰੋਗੇ ਤਾਂ ਐਸ ਇੱਥੋਂ ਆ ਨਿਕਲ ਆਏਗੀ। ਦੋਨਾਂ ਐਸ ਨੂੰ ਆਪਸ 'ਚ ਬਰਾਬਰ ਕਰ ਦਿਓ, ਕਰਤਾ ਬਰਾਬਰ, ਠੀਕ ਹੈ। ਐਸ ਤੇ ਐਸ ਬਰਾਬਰ ਕਰਤੇ, ਇਹਨਾਂ ਦੋਨੋਂ ਨੂੰ ਸੋਲਵ ਕਰ ਲਓ, ਦੋਨੇ ਪਾਸੇ cos ਥੀਟਾ ਨਾਲ ਡਿਵਾਈਡ ਕਰ ਦਿਓ, ਉੱਥੋਂ ਜਿਹੜਾ ਹੈਗਾ ਟੈਂਜੈਂਟ ਥੀਟਾ ਆਪਣਾ ਨਿਕਲ ਆਏਗਾ।